बिस्मिल्लाहिर्रहमानिर्रहीम। नाज़रीन, हिट स्टोरी के साथ मैं हूं शमशाद मांगट और आज हम बात करेंगे एक अलमिये की जो स्पेन के शहर बार्सिलोना में एक पाकिस्तानी फैमिली के साथ गुजरा है। पाकिस्तान के ज़िला मंडी बहाउद्दीन गांव चुरुंड का रहायशी नसरुल्लाह जो है वो अपनी फैमिली के साथ बार्सिलोना में रहायश पजीर था कि 30 नवंबर को उनके कमरे में गैस भर गई। गैस भरने से वो अपने बीवी बच्चों समेत जान की बाजी हार गया। तो नाजरीन, होना तो ये चाहिए कि जब कोई फैमिली मुसीबत में हो, कोई पाकिस्तानी या मुसलमान बहन भाई मुसीबत हो, हत्ता कि कोई मुसलमान ना भी हो, कोई काफिर भी मुसीबत में हो, तो हमें आगे बढ़कर उसकी मदद करनी चाहिए। लेकिन हमारे जो कौंसलेट हैं, हमारी जो एम्बेसियां हैं, वो ऐसा नहीं करती, बल्कि वो उनके साथ ऐसा सलूक करती हैं जैसे वो पाकिस्तानी नहीं है। मैं आपको एक स्टेटमेंट सुनाऊंगा। वहाँ पे इफ्तिखार तारड़ साहब, जिनका तलक मंडी बहाउद्दीन से है, इस मुकदमे की पैरवी कर रहे हैं। पहले उनकी बात ज़रा सुन लें। सब दोस्तों भरावां मेरी तरफ अस्सलाम वालेकुम। इफ्तिखार सन तारड़ मंडी बहाउद्दीन तो जी ज़ैद इमरान चरौंट मंडी बहाउद्दीन तो 3 नवंबर ਨੂੰ ਵਾਕਿਆ ਹੋਇਆ ਜੀ। ਇਸ ਦਾ ਭਾਈ, ਇਸ ਦੀ ਭਰਜਾਈ, ਇਸ ਦਾ ਭਤੀਜਾ ਤੇ ਇਸ ਦੀ ਭਤੀਜੀ ਇੱਥੇ ਅੱਗ ਲੱਗਣ ਦੀ ਵਜ੍ਹਾ ਤੋਂ ਫੌਤ ਹੋ ਗਿਆ। ਬਹੁਤ ਹੀ ਅਫਸੋਸਨਾਕ ਵਾਕਿਆ ਸਰ। 3 ਦਸੰਬਰ ਨੂੰ ਅਜੇ ਤੱਕ ਡੈਡ ਬਾਡੀਆਂ ਨਹੀਂ ਗਈਆਂ। ਪਾਕਿਸਤਾਨ ਅਜੇ ਵੀ ਨਹੀਂ ਡੈਡ ਬਾਡੀਆਂ ਗਈਆਂ। 3 ਦਸੰਬਰ ਨੂੰ ਮੇਰੇ ਕਾਲ ਕਰਦਾ ਕਿ ਮੈਂ 31 ਤਰੀਕ ਨੂੰ ਕੌਂਸੂਲੇਟ ਜਾਣਾ, ਕਿ ਮੇਰੇ ਨਾਲ ਕੋਈ ਬੰਦਾ ਕੌਂਸੂਲੇਟ ਨਹੀਂ ਜਾ ਰਿਹਾ। ਜਿਹਦੇ ਵਿੱਚ ਮੈਂ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਅਸੀਂ ਤੇਰੇ ਨਾਲ ਕੌਂਸੂਲੇਟ ਜਾਵਾਂਗੇ, ਜਿਹੜੇ ਤੇਰੀ ਹੈਲਪ ਹੋਈ ਉਹ ਪੂਰੀ ਹੈਲਪ ਕਰਾਂਗੇ। ਲਿਹਾਜ਼ਾ ਅਸਾਂ ਪ੍ਰੋਗਰਾਮ ਬਣਾਇਆ 31 ਦਸੰਬਰ ਨੂੰ। ਅਸੀਂ 4 ਦੋਸਤ, ਮੈਂ, ਨੁਸਰਤ ਨਜ਼ੀਰ ਬੱਗੇਗਾ, ਚੌਧਰੀ ਲਤਾਫ ਮਿਰਜ਼ੇਗਾ ਰੁਕਣ ਤੋਂ, ਸ਼ਬੀਰ ਅਹਿਮਦ ਔਰ ਮਿੱਠੂ ਗੱਖੜ ਤੋਂ, ਅਸੀਂ 4 ਦੋਸਤਾਂ ਦੇ ਨਾਲ ਕੌਂਸੂਲੇਟ ਚਲੇ ਗਏ। ਜਿਸ ਟਾਈਮ ਕੌਂਸੂਲੇਟ 'ਚ ਇੰਟਰ ਹੋਏ ਆ, ਉਸ ਅਮਲੇ ਨੇ ਸਾਡੇ ਨਾਲ ਕੋਈ ਅੱਛਾ ਬਿਹੇਵ ਨਹੀਂ ਕੀਤਾ। ਜਿਹਦੇ ਅਸੀਂ 4 ਚਸ਼ਮਦੀਦ ਗਵਾਹ ਹਾਂ ਕਿ ਤੁਸੀਂ ਕਿਉਂ ਆਏ ਹੋ, ਇਹ ਹਰ ਰੋਜ਼ ਇਸ ਤਰ੍ਹਾਂ ਕਰਦਾ। ਵੇਖੋ ਨਾ ਜੀ, ਇਸ ਤੇ ਜਿਹੜਾ ਸਦਮਾ ਜਾਂ ਜਿਹੜਾ ਇਸ ਤੇ ਗੁਜ਼ਰਿਆ ਉਹ ਇਹ ਨਹੀਂ ਪਤਾ ਕਿ ਹਰ ਰੋਜ਼ ਕਿਉਂ ਜਾਂਦਾ। ਠੀਕ ਹੈ ਜੀ। ਲਿਹਾਜ਼ਾ ਅਸਾਂ ਨਾਲ ਕੋਈ ਗੱਲ, ਕੋਈ ਬਦਤਮੀਜ਼ੀ ਨਹੀਂ ਕੀਤੀ। ਸਿਰਫ ਅਸਾਂ ਉਹਨਾਂ ਅੱਗੇ ਇੱਕ ਇਸ਼ੂ ਉਠਾਇਆ ਕਿ ਇਹਨਾਂ ਦੀਆਂ ਡੈਡ ਬਾਡੀਆਂ ਕਿਉਂ ਨਹੀਂ ਜਾ ਰਹੀਆਂ। ਖੈਰ ਇਤਨੀ ਸੀਜੀ ਸਾਹਿਬ ਆਏ ਨੇ, ਉਹਨਾਂ ਆਖਿਆ ਕਿ ਇਹਨਾਂ ਨੂੰ ਬਿਠਾਓ। ਉਹਨਾਂ ਸਾਨੂੰ ਬਹੁਤ ਇੱਜ਼ਤ ਦਿੱਤੀ, ਉਹਨਾਂ ਦਾ ਸ਼ੁਕਰੀਆ, ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ। ਬਾਅਦ ਦੇ ਵਿੱਚ ਉਹਨਾਂ ਸਾਡੇ ਨਾਲ ਮੁਲਾਕਾਤ ਵੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਸ ਦਾ ਇੱਕ ਹੀ ਹੱਲ ਹੈ ਕਿ ਇਸ ਦੀ ਅਪੀਲ ਕੀਤੀ ਜਾਏ ਕਿ ਤੁਸੀਂ ਅਦਾਲਤ ਨਾਲ ਰਜੂ ਕਰੋ। ਉਹਨਾਂ ਰਿਜੈਕਟ ਕਰ ਦਿੱਤੀ ਨੇ ਕਿ ਡੈਡ ਬਾਡੀਆਂ ਨਹੀਂ ਜਾ ਸਕਦੀਆਂ, ਤੁਸੀਂ ਅਦਾਲਤ ਨਾਲ ਰਜੂ ਕਰੋ। ਮੈਂ ਕਿਹਾ ਸਰ ਠੀਕ ਹੈ, ਕਿਉਂਕਿ ਉਸ ਤੇ ਬਹਿਸ ਬਣਦੀ ਨਹੀਂ ਕਿ ਮੈਂ ਉਹਨਾਂ ਨੂੰ ਕਹਿੰਦਾ ਕਿ ਇੱਕ ਰਿਜੈਕਟ ਹੋ ਗਈ ਹੈ ਕਿ ਅਸੀਂ ਅਦਾਲਤ ਅਪੀਲ ਨਹੀਂ ਕਰਦੇ। ਲਿਹਾਜ਼ਾ ਮੈਂ ਬਾਹਰ ਨਿਕਲਿਆ, ਜਿਹੜਾ ਬਾਹਰ ਹਮਲਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪੇਪਰ ਦਿਓ ਕਿ ਜਿਹੜੇ ਪੇਪਰ ਲੈ ਕੇ ਮੈਂ ਅਦਾਲਤ 'ਚ ਜਾ ਕੇ ਉਹਨਾਂ ਦੇ ਖਿਲਾਫ ਜਿਹੜੀ ਅਪੀਲ ਕਰਨੀ। ਜਿਹੜਾ ਉਹ ਸਾਹਮਣੇ ਨੇ ਕਿਹਾ ਕਿ ਸਾਡੇ ਕੋਲ ਪੇਪਰ ਹੀ ਕੋਈ ਨਹੀਂ। ਮੈਂ ਕਿਹਾ ਅਪੀਲ ਕਿਸ ਤਰ੍ਹਾਂ ਕਰਨੀ ਹੈ। ਜ਼ੈਦ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਹੈ ਕਿ ਤੁਹਾਨੂੰ ਮੈਂ ਪੇਪਰ ਇੱਥੇ ਦੇ ਗਿਆ, ਤੁਹਾਡੇ ਕੋਲ ਪੇਪਰ ਨੇ। ਲਿਹਾਜ਼ਾ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਕੋਈ ਪੇਪਰ ਨਹੀਂ। ਤਾਂ ਖੈਰ ਮੈਂ ਉਹਨਾਂ ਨੂੰ ਕਿਹਾ ਕਿ ਪੇਪਰ ਕਿੱਥੋਂ ਲੱਭਣੇ ਨੇ। ਉਹਨਾਂ ਮੈਨੂੰ ਇੱਕ ਡਾਇਰੈਕਸ਼ਨ ਦਿੱਤੀ ਹੈ, ਜਿਹੜੇ ਸਰ 3 ਦਿਨ ਜ਼ਲੀਲ ਹੋਣੇ ਤੋਂ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਤੇ ਇਹ ਜ਼ਲੀਲ ਹੋ ਕੇ ਤੇ ਭਾਈ ਸਫਦਰ ਮੁਰਾਲੇ ਵਾਲੇ ਨੇ, ਅਸੀਂ ਜ਼ਲੀਲ ਹੋ ਕੇ 3-4 ਦਿਨ ਤੋਂ ਬਾਅਦ ਉਹ ਵਰਕੇ ਕਢਾਏ ਨੇ। ਜਿਹੜੇ ਵਰਕੇ ਉੱਤੇ ਹੀ ਮੇਲ ਕੌਂਸੂਲੇਟ ਦੀ ਲਿਖੀ ਗਈ ਸੀ ਕਿ ਉਹਨਾਂ ਨੇ ਮੇਲ ਉਹਨਾਂ ਕਰ ਦਿੱਤੀ ਹੈ। ਜਿਸ ਤਰ੍ਹਾਂ ਵਰਕੇ ਮੇਲ ਰਿਸੀਵ ਹੋਏ ਨੇ, ਉਸ ਉੱਤੇ ਸਾਫ਼ ਲਫ਼ਜ਼ਾਂ 'ਚ ਲਿਖਿਆ ਗਿਆ ਹੈ, ਸਾਫ਼ ਲਫ਼ਜ਼ਾਂ 'ਚ ਉਹਨਾਂ ਤੇ ਲਿਖਿਆ ਗਿਆ ਹੈ ਕਿ 1 ਮਹੀਨਾ ਹੈ ਤੁਹਾਡਾ ਅਪੀਲ ਕਰਨ ਦਾ, ਕਿ ਤੁਸੀਂ 1 ਮਹੀਨੇ ਦੇ ਅੰਦਰ ਅਪੀਲ ਕਰ ਸਕਦੇ ਹੋ। ਜਿਹੜਾ ਸਾਫ਼ ਇੱਥੇ ਲਿਖਿਆ ਗਿਆ ਹੈ। ਕੋਈ ਬੰਦਾ ਅਗਰ ਇੱਥੇ ਕੌਂਸੂਲੇਟ ਵੀ ਮੇਰੇ ਕੋਲ ਪੁੱਛਣਾ ਚਾਹੁੰਦੀ ਹੈ, ਮੈਂ ਉਹਨਾਂ ਨੂੰ ਵੀ ਦੱਸ ਸਕਣਾ ਕਿ ਉਹਨਾਂ 1 ਮਹੀਨਾ 20 ਦਿਨ 22 ਦਿਨ ਗੁਜ਼ਰਨ ਤੋਂ ਬਾਅਦ ਉਹਨਾਂ ਅਪੀਲ ਕਿਉਂ ਨਹੀਂ ਕੀਤੀ। ਅਗਰ ਜਿਹੜੇ ਬੰਦੇ ਵਿੱਚ ਬੜੇ ਨੇ ਉਹਨਾਂ ਅਪੀਲ ਕਿਉਂ ਨਹੀਂ ਕੀਤੀ। ਮੇਰਾ ਸਿਰਫ ਇੱਕ ਸਵਾਲ ਹੈ ਉਹਨਾਂ ਭਰਾਵਾਂ ਅੱਗੇ ਜਿਹੜੇ ਕਹਿੰਦੇ ਨੇ ਕਿ ਵੀਡੀਓ ਨਾ ਬਣਾਵੇ, ਕੀ ਕਰੇ ਆ, ਆਪਣੇ ਆਪ ਨਾਲ ਅੱਗ ਲਾ ਲਵੇ। ਇਹ ਤੇ ਉਹ ਵੀ ਕਰਨ ਜਾ ਰਿਹਾ ਸੀ। ਜਿਹੜਾ ਮੈਂ ਨੇ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਅਸੀਂ ਤੇਰੇ ਨਾਲ। ਯਾਰ ਖੁਦਾਰਾ ਮੇਰਾ, ਖੁਦਾਰਾ ਮੈਂ ਹੱਥ ਬੰਨ ਕੇ ਸਭ ਦੋਸਤਾਂ ਅੱਗੇ ਅਪੀਲ ਕਰਨਾ ਕਿ ਸਿਆਸਤ ਛੱਡੋ। ਉਸ ਮਾਂ ਨੂੰ ਵੇਖੋ ਜਿਸ ਦਾ ਬੱਚੇ ਇੱਥੇ ਨੇ, ਜਿਨ੍ਹਾਂ ਦੀਆਂ 4 ਡੈਡ ਬਾਡੀਆਂ ਇੱਥੇ ਨੇ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਵੀ ਕਸੂਰ ਹੈ। ਮੈਂ ਨਾ ਕੌਂਸੂਲੇਟ ਦਾ ਕਹਿਣਾ, ਮੈਂ ਨਾ ਕਿਸੇ ਬੰਦੇ ਦਾ ਕਹਿਣਾ, ਮੈਂ ਨਾ ਕਿਸੇ ਫੋਰਮ ਦਾ ਕਹਿਣਾ, ਕਿਉਂਕਿ ਕਿਸੇ ਬੰਦੇ ਦਾ ਕੋਈ ਕਸੂਰ ਨਹੀਂ। ਯਾਰ ਖੁਦਾਰਾ, ਹੁਣ ਇਸ ਵਕਤ ਅਪੀਲ ਦੇ ਸਿਰਫ 7 ਦਿਹਾੜੇ ਥਾਣ। ਅਗਰ ਮੈਂ ਨਾਲ ਚੱਲਦਾ, ਅਗਰ ਉਹ ਪੇਪਰ ਨਾ ਮਿਲਦੇ, ਅਪੀਲ ਕਿਸ ਤਰ੍ਹਾਂ ਹੋ ਸਕਣੀ ਸੀ।
ਅਗਰ ਉਹ ਅਪੀਲ ਨਾ ਹੁੰਦੀ ਡੈਡ ਬਾਡੀਆਂ ਜਾ ਹੀ ਨਹੀਂ ਸਕਦੀਆਂ। ਲੇਕਿਨ ਹੁਣ ਵੀ ਪੂਰੀ ਕੋਸ਼ਿਸ਼ ਕੀਤੀ ਹੈ, ਅਸੀਂ ਇਸ ਅੰਜਾਮ ਤੇ ਪਹੁੰਚ ਗਏ ਹਾਂ ਕਿ ਅਸਾਂ ਅਪੀਲ ਕਰ ਦਿੱਤੀ ਹੈ। ਖੁਦਾ ਰਾ ਹੁਣ ਮੇਰੀ ਸਭ ਬਾਰਸਲੋਨਾ ਕਮਿਊਨਿਟੀ ਅੱਗੇ, ਪਾਕਿਸਤਾਨੀ ਜਿਹੜੀ ਬਾਰਸਲੋਨਾ ਕਮਿਊਨਿਟੀ ਹੈ, ਉਹਨਾਂ ਅੱਗੇ ਸਿਰਫ ਮੇਰੀ ਇੱਕ ਦਰਖਾਸਤ ਤੇ ਹੱਥ ਪਾਣ ਕੇ ਦਰਖਾਸਤ ਹੈ, ਟੈਕਸੀ ਸੈਕਟਰ ਅੱਗੇ, ਸਾਰਿਆਂ ਅੱਗੇ, ਕਿ ਖੁਦਾ ਰਾ ਹੁਣ ਵੀ ਆਪਣੀ ਕੋਸ਼ਿਸ਼ ਕਰੋ। ਅਜੇ ਡੈਡ ਬਾਡੀਆਂ ਦਫਨਾਣ ਨਹੀਂ ਦਿੱਤੀਆਂ। ਜਿਹੜਾ 31 ਤਰੀਕ ਨੂੰ ਸਫੀਰ ਪਾਕਿਸਤਾਨ ਦਾ ਬਿਆਨ ਆ ਗਿਆ ਜੰਗ ਤੇ ਪੜੋ ਕਿ ਇਹ ਡੈਡ ਬਾਡੀਆਂ ਪਾਕਿਸਤਾਨ ਨਹੀਂ ਜਾ ਸਕਦੀਆਂ, ਡੈਡ ਬਾਡੀਆਂ ਇੱਥੇ ਦਫਨਾਈਆਂ ਜਾਣਦੀਆਂ। ਯਾਰ ਇਹ ਕੀ ਕਰਦਾ? ਮੈਨੂੰ ਸਿਰਫ ਦੱਸ ਦਿਓ, ਮੇਰਾ ਤੁਹਾਡੇ ਅੱਗੇ ਸਵਾਲ ਹੈ, ਕੀ ਕਰਦਾ? ਅਗਰ ਇਹ ਇਤਜਾਜ ਨਾ ਕਰਦਾ ਤੇ ਦੱਸ ਛੜੋ ਇਹ ਕੀ ਕਰਦਾ। ਅਗਰ ਤੁਹਾਡੀਆਂ 4 ਮਿਜਤਾਂ, ਮੈਂ ਤੁਹਾਡੇ ਅੱਗੇ ਸਵਾਲ ਕਰਨਾ ਕਿ 4 ਮਿਜਤਾਂ ਤੁਹਾਡੀਆਂ ਪਈਆਂ ਹੋਣ, ਤੁਸੀਂ ਕੀ ਕਰੋਗੇ? ਘਰ ਬਹਿ ਜਾਓਗੇ? ਯਾਰ ਖੁਦਾ ਦਾ ਸਿਆਸਤ ਛੱਡੋ, ਇੱਕ ਦੂਜੇ ਦੇ ਚਿੱਕੜ ਛੱਡ ਦਿਓ। ਅੱਜ ਵੀ ਹੁਣ ਵੀ ਮੌਕਾ ਹੈ, ਅਜੇ ਇਹ ਕੁਝ ਨਹੀਂ ਗਿਆ, ਲੇਕਿਨ ਅੱਜ ਵੀ ਤੁਸੀਂ ਇਹ ਸਿਆਸਤ ਲੈ ਕੇ ਬੈਠੇ ਹੋ ਸਾਰੇ ਭਰਾ। ਖੁਦਾ ਦਾ ਸਾਡੇ ਨਾਲ ਲੱਗੋ, ਕੋਸ਼ਿਸ਼ ਕਰੋ। ਬਾਕੀ ਜਿਹੜੀ ਕਹਿ ਰਹੇ ਨੇ ਕੋਈ ਦੋਸਤ ਕਿ ਫਲਾਂ ਦੀ ਗਲਤੀ ਹੈ, ਫਲਾਂ ਦੀ ਗਲਤੀ ਹੈ, ਚਲੋ ਹੋ ਗਿਆ, ਜਿਸ ਕੋਲ ਵੀ ਹੋ ਗਿਆ। ਮੈਂ ਨਹੀਂ ਕਹਿੰਦਾ ਕਿ ਕੌਂਸੂਲੇਟ ਦੀ ਗਲਤੀ ਹੈ, ਮੈਂ ਨਹੀਂ ਕਹਿੰਦਾ ਕਿਸੇ ਬੰਦੇ ਦੀ ਗਲਤੀ ਹੈ, ਹੋ ਗਿਆ। ਲੇਕਿਨ ਹੁਣ ਵੀ ਮੌਕਾ ਹੈ ਯਾਰ। ਕੋਈ ਪੈਸਿਆਂ ਵਾਸਤੇ ਇਹ ਵੀਡੀਓ ਨਹੀਂ ਬਣਾ ਰਿਹਾ ਕਿ ਪੈਸੇ ਚਾਹੀਦੇ ਨੇ। ਪੈਸੇ ਦੇ ਪਿੰਡ ਦੇ ਬੰਦੇ ਨੇ, ਅਸੀਂ ਆ, ਪੈਸੇ ਅਸਾਂ ਇਕੱਠੇ ਕਰ ਲੈਣੇ। ਨਾ ਅਸੀਂ ਕੌਂਸੂਲੇਟ ਕੋਲ ਪੈਸੇ ਮੰਗਣੇ ਆ, ਨਾ ਅਸੀਂ ਕਿਸੇ ਬੰਦੇ ਕੋਲ ਪੈਸੇ ਮੰਗਣੇ ਆ। ਅਸੀਂ ਸਿਰਫ ਤੁਹਾਡੀ ਹੈਲਪ, ਤੁਹਾਡੀ ਆਵਾਜ਼ ਮੰਗਣੇ ਆ ਕਿ ਸਾਡੇ ਨਾਲ ਇੱਕ ਆਵਾਜ਼ ਉਠਾਓ ਯਾਰ, ਹੁਕਮਰਾਨਾਂ ਤੱਕ ਗੱਲ ਪਹੁੰਚੇ। ਕਿਉਂਕਿ ਮੈਂ ਸਿਰਫ ਅਦਾਲਤ ਤੱਕ ਜਾ ਸਕਣਾ, ਮੈਂ ਕਿ ਕਿਸੇ ਵਜ਼ੀਰ ਮਸ਼ੀਰ ਨੂੰ ਨਹੀਂ ਮਿਲ ਸਕਦਾ। ਉਹ ਸਿਰਫ ਕੌਂਸੂਲੇਟ ਮਿਲ ਸਕਦੀ ਹੈ, ਉਹ ਸਿਰਫ ਸਾਡੀ ਹਕੂਮਤ ਮਿਲ ਸਕਦੀ ਹੈ। ਮੈਂ ਸਿਰਫ ਇਤਨਾ ਕਰ ਸਕਦਾ ਸਾਂ ਕਿ ਡੈਡ ਬਾਡੀਆਂ ਰੋਕ ਦਿੱਤੀਆਂ ਨੇ, ਦਫਨਾ ਨਹੀਂ ਦਿੱਤੀਆਂ। ਜਿਹੜੀਆਂ 30 ਤਰੀਕ ਦਾ ਬਿਆਨ ਮੇਰੀ ਲਿੰਕ ਤੇ ਤੁਸੀਂ ਦੇਖ ਸਕਦੇ ਹੋ, ਸਫੀਰ ਪਾਕਿਸਤਾਨ ਦਾ ਬਿਆਨ ਆ ਗਿਆ ਕਿ ਡੈਡ ਬਾਡੀਆਂ ਪਾਕਿਸਤਾਨ ਨਹੀਂ ਜਾ ਸਕਦੀਆਂ, ਇਹ ਇੱਥੇ ਦਫਨਾਈਆਂ ਜਾਣਦੀਆਂ। ਲੇਕਿਨ ਅਸਾਂ ਕੋਸ਼ਿਸ਼ ਕੀਤੀ ਹੈ ਤੇ ਮੇਰੀ ਪਾਕਿਸਤਾਨ ਹਕੂਮਤ ਅੱਗੇ ਵੀ ਅਪੀਲ ਹੈ, ਮੇਰੇ ਸਾਥ ਪਾਕਿस्तानी ਭਰਾਵਾਂ ਅੱਗੇ ਅਪੀਲ ਹੈ, ਯਾਰ ਖੁਦਾ ਰਾਹ ਦੀ ਵਾਲਦਾ ਨੂੰ ਵੇਖੋ, ਆਪਣੇ ਆਪ ਨੇ ਉਸ ਜਗ੍ਹਾ ਤੇ ਲੈ ਕੇ ਆਓ ਕਿ ਇਹਦੀ ਵਾਲਦਾ ਤੇ ਕੀ ਗੁਜ਼ਰ ਰਹੀ ਹੈ ਯਾਰ। ਤੁਹਾਨੂੰ ਫਿਰ भी सियासत ਦਾ, ਤੁਹਾਨੂੰ ਫਿਰ भी अपनी टिकटॉक ਦਾ, ਤੁਹਾਨੂੰ अपनी फेसबुक ਦਾ पे है। जी नाजरीन, आपने सुना कि इफ्तिखार तारड़ साहब इस मुकदमे की पैरवी कर रहे हैं। अब देखते हैं कि वो वहाँ पे क्या सूरत हाल होती है कि 30 नवंबर को ये वाक़या हुआ और उस वक्त वहाँ पे हमारे पाकिस्तानी कौंसलेट जो हैं इमरान चौधरी साहब मौजूद थे। इमरान चौधरी साहब माशाल्लाह बड़ी बद्दुआएं ले रहे हैं इस ख़ानदान की, क्योंकि सारा केस इमरान चौधरी ने ख़राब किया। अब मैं आपको ज़रा मुतासरा फैमिली यानी 30 नवंबर से अभी आज के दिन तक वहाँ पे सफ़े मातम बिछी हुई है। वो लाशें वहाँ पे बार्सिलोना में मार्चरी में पड़ी हुई हैं। वहाँ पे मुकीम पाकिस्तानी उनको अपने ज़ाती खर्च पे पाकिस्तान भिजवाना चाहते हैं, लेकिन पाकिस्तान का अमला जो वहाँ पे है, अगरचे ये इमरान चौधरी सारा केस ख़राब करने के बाद वहाँ से हट चुका है, इसको वापस पाकिस्तान ये आ चुका है, लेकिन जो मुतासरा फैमिली है उसकी बद्दुआएं इसका पीछा करती रहेंगी। लेकिन जो मुतासरा ख़ानदान है, ज़रा उनकी गुफ्तगू भी सुन लें। नाज़रीन, इस वक्त हम ज़िला मंडी बोलदीन के गांव चरौन में मौजूद हैं, जहां पर बार्सिलोना दे विच 1 महीना पहले नसर इकबाल और उसकी बीवी बेटे बच्ची जहाँ बाक हो गए थे। वो मुतासर ख़ानदान के साथ हम मौजूद हैं। साडी इमरान खान नाल अपील है, शाह महमूद कुरैशी ओदे नाल अपील है, निसार बिरानी नाल साडी इल्तिजाए अपील है, साडी अल्लाह वास्ते वाली अपील है, सुन लवो। मेरे बच्चे पाकिस्तान गल देवो डैड बाडी ओदी, असी बड़े मजबूर आ, 18 सालों का साडे तो बिछड़े आ। अल्लाह वास्ते वाली गल है, अल्लाह वास्ते वाली गल है। वज़ीरे आज़म पाकिस्तान इमरान खान ओदे अगे अपील है, शाह महमूद अगे अपील है साडी, अल्लाह वास्ते साडी ये सुनो फरजाद। असी बड़े गरीब ते कंगाल हो गए हैं। साडे खून दे आंसू नूं 18 सालां दे औलाद विछड़ी गई होवे ते उस मां दी केड़ी जीवना, ओदी केड़ी जिंदगी आ। अल्लाह वास्ते वाली अपील है, साडियां डैड बाडियां गल देवो। जी तो नाजरीन, आप जानते हैं कि हमारे वज़ीर-ए-आज़म जनाब इमरान खान
ओवरसीज़ पाकिस्तानियों को रीढ़ की हड्डी करार देते हैं अपनी मईशत की, और वो ओवरसीज़ पाकिस्तानियों का ख्याल भी बड़ा रखते हैं। लेकिन कुछ अर्सा पहले उन्होंने कहा था कि हमारे जो सफारत खाने हैं वहाँ पे मुकीम पाकिस्तानियों के लिए कुछ नहीं करते। 100% उन्होंने दुरुस्त कहा था कि बहुत हद हराम अमला है, बहुत बड़ा हराम खोर अमला है। अब ये देखें कि एक तो इस ख़ानदान पे क़यामत टूट पड़ी कि उनकी पूरी फैमिली जो है वो मौत की आगोश में चली गई। चाहिए तो ये था कि हमारा जो बार्सिलोना में जो सफारत खाना है वो इस मुतासरा फैमिली की इतनी मदद करता कि इनका दुख कम हो जाता, लेकिन इन्होंने दुख को इतना बढ़ावा दिया है। जैसा कि आप जानते हैं कि कोई भी ऐसा ही मौत हो जाए, कोई पानी में डूबने की मौत हो जाए, कोई हादसे की मौत हो जाए, तो उनको अपने अजीज़ो कारब को दफनाने के बाद एक सब्र का इब्तदाई सिलसिला शुरू हो जाता है। फिर इंसानों को आहिस्ता आहिस्ता अल्लाह तबारक व तआला सब्र दे देते हैं। लेकिन ये देखें, जुल्म अजीम ये है कि 30 नवंबर की ये मय्यतें जो हैं वहाँ पे बार्सिलोना के मार्चरी में पड़ी हुई हैं, लेकिन सिर्फ एक इमरान चौधरी की हट धर्मी। और वहाँ से मुझे ये भी मालूम हुआ है कि इमरान चौधरी जो है वहाँ पे टोका मशहूर था, यानी पैसे के बगैर इसने काम नहीं करना था। अब इसको ये भी पता था कि वहाँ पे मुकीम जो पाकिस्तानी हैं इन मय्यतों को पाकिस्तान भिजवाने के लिए एड़ी चोटी का जोर लगाएंगे, चंदा इकट्ठा करेंगे, अपनी कमाई इकट्ठी करेंगे ताकि ये मय्यतें पाकिस्तान पहुंच जाएं। तो इसका ये ख्याल था कि जो चंदा इकट्ठा होगा उसमें से कुछ माल इसकी जेब में चला जाए। जब इसकी जेब में माल नहीं गया तो इसने वो सारा केस खराब कर दिया। आप स्क्रीन पे देख रहे होंगे जो केस इसने खराब किया। लेकिन इफ्तिखार तारड़ साहब अब अपनी पाकिस्तानी कम्युनिटी के साथ मिलकर इस केस को लड़ रहे हैं। उम्मीद है कि ये जो मय्यतें हैं जल्द पाकिस्तान आ जाएंगी, और जो यहाँ पे सफ़े मातम उनके घरों में बिछी हुई है गाँव चुरुन में, उनको सब्र आ जाएगा जब वो अपने प्यारों को अपने हाथों से दफना देंगे। लेकिन मैं जनाब वज़ीर आज़म से ये गुजारिश करूँगा, इमरान चौधरी जैसी काली भेड़ें हैं, ये अब वापस आया है, अब ज़ाहिर है अब ये नई तैयारी पकड़ेगा कि इसको कहीं और भेज दिया जाए। ऐसी काली भेड़ों को ऐसी जगह ड्यूटी लगानी चाहिए कि ये तौबा तायब हो जाएं, क्योंकि इनको पैसे बनाने की आदत पड़ जाती है। अब ये जहां भी जाएगा मय्यतें इनके लिए कोई मानी नहीं रखती, किसी पाकिस्तानी के साथ होने वाला जुल्म इनके लिए कोई मानी नहीं रखता। तो मुतासरा खानदान ने जनाब शाह महमूद कुरैशी साहब से भी अपील की है, वज़ीर आज़म साहब से भी अपील की है, और सेक्रेटरी खारजा को भी इसका नोटिस लेना चाहिए और मुतासरा खानदान से हमदर्दी करते हुए ऐसे अहकामात जारी करने चाहिए ताकि ये मय्यतें जल्द अज जल्द पाकिस्तान आ सकें और मुतासरा फैमिली की दादरसी हो सके। नाज़रीन, शमशाद मांगड़ को इजाज़त दीजिए। अल्लाह हाफ़िज़।